ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੇਰਾ ਨਾਮ ਹੈ ਰਿਚਾ ਤੇ ਮੈਂ ਇੱਕ ਰੈਗੂਲੇਟਡ ਕੈਨੇਡੀਅਨ ਇਮੀਗ੍ਰੇਸ਼ਨ ਕੰਸਲਟੈਂਟ ਹਾਂ ਤੇ ਸਾਡਾ ਆਫਿਸ ਮਿਸਿਸਾਗਾ ਦੇ ਵਿੱਚ ਹੈ ਗ੍ਰਿਟ ਇਮੀਗ੍ਰੇਸ਼ਨ ਸਰਵਿਸਿਜ਼ ਦੇ ਨਾਮ ਤੋਂ। ਜੇ ਤੁਹਾਨੂੰ ਵੀ ਕੋਈ ਵੀ ਜਾਣਕਾਰੀ ਚਾਹੀਦੀ ਹੈ ਕੈਨੇਡਾ ਵੀਜ਼ਾ ਨੂੰ ਲੈ ਕੇ, ਇਮੀਗ੍ਰੇਸ਼ਨ ਪਰਪਸ ਨੂੰ ਲੈ ਕੇ ਜਾਂ ਹੋਰ ਕੋਈ ਵੀ ਰਿਲੇਟਡ ਸਮੱਸਿਆ ਹੋਵੇ ਵੀਜ਼ਾ ਪਰਪਸਿਸ ਨੂੰ ਲੈ ਕੇ, ਤੁਹਾਡੀ ਰਿਫਿਊਜ਼ਲ ਆਈ ਹੈ ਜਾਂ PFL ਆਈ ਹੈ, ਤੁਸੀਂ ਸਾਨੂੰ ਨੀਚੇ ਦਿੱਤੀ ਗਈ ਕੰਟੈਕਟ ਇਨਫੋਰਮੇਸ਼ਨ ਤੇ ਸੰਪਰਕ ਕਰ ਸਕਦੇ ਹੋ ਤੇ ਅਪਾਇੰਟਮੈਂਟ ਬੁੱਕ ਕਰਵਾ ਸਕਦੇ ਹੋ ਤਾਂ ਜੋ ਅਸੀਂ ਤੁਹਾਡੀ ਮਦਦ ਕਰ ਸਕੀਏ। ਅੱਜ ਦੀ ਵੀਡੀਓ ਦਾ ਟੌਪਿਕ ਹੈ ਮਾਈਨਰ ਸਟੱਡੀ ਪਰਮਿਟ, ਜਾਂ ਅਸੀਂ ਕਹਿ ਸਕਦੇ ਹਾਂ ਕਿ ਜੋ ਬੱਚੇ ਹੁੰਦੇ ਨੇ ਉਹਨਾਂ ਦਾ ਸਟੱਡੀ ਪਰਮਿਟ ਕੈਨੇਡਾ ਦੇ ਵਿੱਚ ਅਗਰ ਅਸੀਂ ਲਗਾਉਣਾ ਹੋਵੇ ਤਾਂ ਕਿਵੇਂ ਲਗਾਇਆ ਜਾ ਸਕਦਾ ਹੈ। ਇੱਕ ਕਾਮਨਲੀ ਆਸਕਡ ਕੁਐਸਚਨ ਹੈ, ਅੱਜ ਕੱਲ ਇੰਡੀਅਨ ਮਾਰਕੀਟ ਦੇ ਵਿੱਚ ਮੇਬੀ ਕਾਫੀ ਐਡਵਰਟਾਈਜ਼ ਵੀ ਕੀਤਾ ਜਾ ਰਿਹਾ ਹੈ, ਜਿਹਦੇ ਕਰਕੇ ਸਾਨੂੰ ਵੀ ਕਾਫੀ ਕਾਲਸ ਆਉਂਦੀਆਂ ਨੇ ਕਿ ਅਸੀਂ ਵੀ ਆਪਣੇ ਬੱਚੇ ਦੇ ਨਾਲ ਜੋ ਸਟੱਡੀ ਪਰਮਿਟ ਤੇ ਆਏਗਾ ਨਾਲ ਹੀ ਵਰਕ ਜਾਂ ਵਿਜ਼ਿਟਰ ਪਰਮਿਟ ਲੈ ਕੇ ਆਉਣਾ ਚਾਹੁੰਦੇ ਆ ਤੇ ਕੀ ਇਹੋ ਜਿਹਾ ਕੋਈ ਪ੍ਰੋਸੈਸ ਹੈ ਜਾਂ ਨਹੀਂ। ਸਭ ਤੋਂ ਪਹਿਲਾਂ ਮੈਂ ਜ਼ਰੂਰ ਇਹ ਕਲੀਅਰ ਕਰਨਾ ਚਾਹੂੰਗੀ ਕਿ ਮਾਈਨਰ ਚਾਈਲਡ ਦੀ ਡੈਫੀਨੇਸ਼ਨ ਕੀ ਹੈ। ਅਨਲਾਈਕ ਇੰਡੀਆ ਔਰ ਐਨੀ ਅਦਰ ਕੰਟਰੀ ਇਨ ਦ ਵਰਲਡ, ਕੈਨੇਡਾ ਦੇ ਵਿੱਚ ਮਾਈਨਰ ਦੀ ਜਿਹੜੀ ਇੱਕ ਏਜ ਡਿਟਰਮਿਨ ਕੀਤੀ ਜਾਂਦੀ ਆ ਉਹ ਪ੍ਰੋਵਿੰਸ ਜਾਂ ਟੈਰੀਟਰੀ ਦੇ ਬੇਸ ਤੇ ਹੁੰਦੀ ਹੈ। ਫੋਰ ਐਗਜ਼ਾਮਪਲ, ਅਗਰ ਤੁਸੀਂ ਅਲਬਰਟਾ ਦੇ ਵਿੱਚ ਹੋ ਤਾਂ 18 ਸਾਲ ਤੋਂ ਨੀਚੇ ਵਾਲਾ ਜਿਹੜਾ ਵਿਅਕਤੀ ਹੈ 18 ਸਾਲ ਦਾ, ਉਹਨੂੰ ਇੱਕ ਮਾਈਨਰ ਘੋਸ਼ਿਤ ਕੀਤਾ ਜਾਂਦਾ ਹੈ। ਜਾਂ ਫਿਰ ਅਗਰ ਫੋਰ ਐਗਜ਼ਾਮਪਲ ਤੁਸੀਂ ਨਿਊ ਬ੍ਰੰਸਵਿਕ ਦੇ ਵਿੱਚ ਹੋ ਜਾਂ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹੋ ਤਾਂ ਅਗਰ ਬੱਚੇ ਦੀ ਉਮਰ 19 ਸਾਲ ਹੈ ਤਾਂ ਉਹਨੂੰ ਇੱਕ ਮਾਈਨਰ ਕਰਾਰ ਦਿੱਤਾ ਜਾਂਦਾ ਹੈ। ਨਾਓ ਲੈਟ ਮੀ ਮੇਕ ਇਟ ਵੈਰੀ ਕਲੀਅਰ ਕਿ ਅਗਰ ਮਾਈਨਰ ਹੈ, ਸਪੈਸ਼ਲੀ ਜਿਹਦੀ ਉਮਰ 17 ਸਾਲ ਜਾਂ 17 ਸਾਲ ਤੋਂ ਘੱਟ ਹੈ, ਤਾਂ ਇਹ ਜ਼ਰੂਰ ਤੁਸੀਂ ਮੇਕ ਸ਼ੋਰ ਕਰੋ ਕਿ ਤੁਹਾਡਾ ਬੱਚਾ ਇੱਕ ਕਸਟੋਡੀਅਨ ਜਾਂ ਗੈਰੰਟਰ ਜਾਂ ਗਾਰਜੀਅਨ ਜਿਹਨੂੰ ਆਪਾਂ ਕਹਿ ਦਿੰਦੇ ਆ ਉਹਦੇ ਨਾਲ ਹੀ ਅਕੰਪਨੀ ਕਰ ਰਿਹਾ ਹੈ ਵੈਨਐਵਰ ਦੇ ਆਰ ਔਨ ਅ ਸਟੱਡੀ ਪਰਮਿਟ। ਅਗਰ ਤੁਹਾਡੇ ਪੈਰੈਂਟਸ ਚੋਂ ਕੋਈ ਵੀ ਨਹੀਂ ਆ ਰਿਹਾ ਬੀਇੰਗ ਅ ਸਟੱਡੀ ਪਰਮਿਟ ਹੋਲਡਰ, ਤਾਂ ਤੁਸੀਂ ਇੱਕ ਕਸਟੋਡੀਅਨ ਦੀ ਮਦਦ ਦੇ ਨਾਲ ਸਟੱਡੀ ਪਰਮਿਟ ਲੈ ਸਕਦੇ ਹੋ। ਇਸ ਵੀਡੀਓ ਦੇ ਵਿੱਚ ਆਪਾਂ ਡੀਟੇਲ 'ਚ ਡਿਸਕਸ ਕਰਾਂਗੇ ਕਿ ਤੁਸੀਂ ਐਜ਼ ਅ ਪੈਰੈਂਟ ਬੱਚੇ ਦੇ ਨਾਲ ਟਰੈਵਲ ਕਰ ਸਕਦੇ ਹੋ ਜਾਂ ਨਹੀਂ। ਬਿਫੋਰ ਡਾਈਵਿੰਗ ਡੀਪ ਇਨਟੂ ਦ ਵੀਡੀਓ, ਮੈਂ ਇਹ ਵੀ ਜ਼ਰੂਰ ਕਹਿਣਾ ਚਾਹੂੰਗੀ ਕਿ ਡੂ ਨਾਟ ਫਾਲ ਇਨਟੂ ਪ੍ਰੇ ਆਫ ਐਨੀ ਕਾਈਂਡ ਆਫ ਅ ਸਕੈਮ ਦੈਟ ਇਜ਼ ਗੋਇੰਗ ਔਨ ਇਨ ਦ ਮਾਰਕੀਟ, ਜਿਹਦੇ ਵਿੱਚ ਜ਼ਿਆਦਾ ਐਡਵਰਟਾਈਜ਼ ਕੀਤਾ ਜਾ ਰਿਹਾ ਹੈ ਕਿ ਤੁਸੀਂ ਬੱਚੇ ਦਾ ਸਟੱਡੀ ਵੀਜ਼ਾ ਲਗਾਓ ਤੇ ਨਾਲ ਹੀ ਕੈਨੇਡਾ ਜਾਓ। ਕਿਤੇ ਵੀ ਕੈਨੇਡਾ ਦੀ ਸਰਕਾਰ ਨੇ ਇਹ ਗਾਰੰਟੀ ਨਹੀਂ ਦਿੱਤੀ ਹੈ ਕਿ ਤੁਹਾਡੇ ਬੱਚੇ ਦਾ ਵੀਜ਼ਾ ਲੱਗੇਗਾ। ਅਗਰ ਵੀਜ਼ਾ ਲੱਗ ਵੀ ਜਾਂਦਾ ਨਾਲ ਦੀ ਨਾਲ ਤੁਹਾਡਾ ਵੀ ਲੱਗੇਗਾ, ਇਹ ਕੋਈ ਵੀ ਗਾਰੰਟੀ ਨਹੀਂ ਹੈ। ਸੋ ਇਟਸ ਬੇਸਿਕਲੀ ਅ ਸਕੈਮ। ਅਸੀਂ ਐਜ਼ ਐਨ ਇਮੀਗ੍ਰੇਸ਼ਨ ਕੰਸਲਟੈਂਟ ਕਾਫੀ ਲੋਕਾਂ ਨੂੰ ਮਿਲਦੇ ਹਾਂ ਜੋ ਇਸ ਸਕੈਮ ਦਾ ਸ਼ਿਕਾਰ ਹੋਏ ਨੇ, ਜਿਹਦੇ ਵਿੱਚ ਉਹਨਾਂ ਨੂੰ ਕਿਹਾ ਗਿਆ ਕਿ ਬੱਚੇ ਦਾ ਸਟੱਡੀ ਪਰਮਿਟ ਲਗਵਾਓ ਤੇ ਨਾਲ ਹੀ ਤੁਹਾਨੂੰ ਵਰਕ ਪਰਮਿਟ ਦਿੱਤਾ ਜਾਏਗਾ। ਬਟ ਐਕਚੁਅਲ ਦੇ ਵਿੱਚ ਹੁੰਦਾ ਕੀ ਹੈ ਕਿ ਤੁਹਾਡੇ ਬੱਚੇ ਦਾ ਵੈਸੇ ਤਾਂ ਵੀਜ਼ਾ ਲੱਗਦਾ ਹੀ ਨਹੀਂ, ਬਟ ਲੱਗ ਵੀ ਜਾਵੇ ਤਾਂ ਹੱਥ ਤੋਂ ਹੱਥ ਤੁਹਾਡਾ ਨਾਲ ਵਿਜ਼ਿਟਰ ਵੀਜ਼ਾ ਲੱਗ ਸਕਦਾ, ਤੁਸੀਂ ਇੱਥੇ ਆ ਕੇ ਕੰਮ ਨਹੀਂ ਕਰ ਸਕਦੇ। ਨਾਓ ਹਾਊ ਵਿਲ ਯੂ ਡੂ ਵਰਕ ਹੇਅਰ, ਜਾਂ ਤੁਸੀਂ ਸਰਵਾਈਵ ਕਿਵੇਂ ਕਰੋਗੇ ਜੇ ਤੁਹਾਨੂੰ ਕੰਮ ਕਰਨਾ ਅਲਾਉਡ ਹੀ ਨਹੀਂ ਹੈ। ਤਾਂ ਮੋਸਟਲੀ ਲੋਕ ਇਲੀਗਲ ਤਰੀਕੇ ਲੱਭ ਲੈਂਦੇ ਨੇ, ਕੈਸ਼ ਤੇ ਕੰਮ ਕਰਦੇ ਨੇ, ਜਿਹਦੇ ਨਾਲ ਉਹਨਾਂ ਦੀ ਐਕਸਪਲੋਇਟੇਸ਼ਨ ਹੁੰਦੀ ਹੈ ਵਰਕ ਪਲੇਸ ਦੇ ਉੱਤੇ। ਜਾਂ ਫਿਰ ਕਾਫੀ ਕੰਸਲਟੈਂਟਸ ਤੁਹਾਨੂੰ ਇਹ ਸਲਾਹ ਦੇ ਦਿੰਦੇ ਨੇ ਕਿ ਤੁਸੀਂ LMIA ਬਾਏ ਕਰ ਲਓ। LMIA ਬਾਏ ਕਰਨਾ ਵੀ ਇੰਨਾ ਈਜ਼ੀ ਨਹੀਂ ਹੈ ਬਿਕੋਜ਼ ਇਟ ਇਜ਼ ਗੋਇੰਗ ਟੂ ਕੋਸਟ ਯੂ ਅ ਲੋਟ, ਜਿਵੇਂ 35-40 ਹਜ਼ਾਰ, ਵਿਚ ਇਜ਼ ਆਫ ਕੋਰਸ ਇਲੀਗਲ, but our people love to do these things, right? So ਮੈਂ ਤੁਹਾਨੂੰ ਇਹ ਕਹੂੰਗੀ ਕਿ ਬੀ ਵੈਰੀ ਕੇਅਰਫੁਲ ਜਦੋਂ ਵੀ ਤੁਸੀਂ ਮਨ ਬਣਾਉਂਦੇ ਹੋ ਕਿ ਅਸੀਂ ਆਪਣਾ ਮਾਈਨਰ ਬੱਚਾ ਖਾਸ ਕਰਕੇ ਕੈਨੇਡਾ ਸਟੱਡੀ ਲਈ ਭੇਜਣਾ ਹੈ। ਸੋ ਯੂ ਸ਼ੁੱਡ ਹੈਵ ਅ ਕਸਟੋਡੀਅਨ ਰੈਡੀ ਫॉर them ਜਿਹੜਾ ਉਹਨਾਂ ਦਾ ਟੇਕ ਕੇਅਰ ਕਰ ਸਕੇ, ਸਪੈਸ਼ਲੀ ਅਗਰ ਤੁਹਾਡਾ ਬੱਚਾ 17 ਸਾਲ ਜਾਂ ਉਸ ਤੋਂ ਛੋਟੀ ਉਮਰ ਦਾ ਹੈ, ਕਿਉਂਕਿ ਜੇ ਤੁਸੀਂ ਬੱਚੇ ਨੂੰ ਕੰਪਨੀ ਨਹੀਂ ਕਰ ਰਹੇ ਤਾਂ ਕਸਟੋਡੀਅਨ ਦਾ ਹੋਣਾ ਬਹੁਤ ਜ਼ਰੂਰੀ ਹੈ। ਇੱਕ ਪ੍ਰੋਪਰ ਪ੍ਰੋਸੈਸ ਹੁੰਦਾ ਹੈ, ਨੋਟਰੀ ਅਟੈਸਟਡ ਫਾਰਮ ਨਾਲ ਲੱਗਦਾ ਹੈ, ਜਿਹਦੇ ਵਿੱਚ ਕਸਟੋਡੀਅਨ ਪ੍ਰੋਮਿਸ ਕਰਦਾ ਹੈ ਕਿ ਮੈਂ ਇਸ ਬੱਚੇ ਦੀ ਟੇਕ ਕੇਅਰ ਕਰਾਂਗਾ ਤੇ ਪੈਰੈਂਟਸ ਵੀ ਨਾਲ ਦੀ ਨਾਲ ਉਸ ਨੂੰ ਪਰਮਿਸ਼ਨ ਦਿੰਦੇ ਨੇ ਦੈਟ ਯੈਸ our kid can be taken care of by that particular person। ਇੱਕ ਬੇਸਿਕ ਜੀ ਰਿਕੁਆਇਰਮੈਂਟ ਹੁੰਦੀ ਹੈ ਕਸਟੋਡੀਅਨ ਬਣਨ ਲਈ ਕਿ ਉਹਦਾ ਕੈਨੇਡਾ ਦੇ ਵਿੱਚ ਪਰਮਨੈਂਟ ਰੈਜ਼ੀਡੈਂਟ ਜਾਂ ਸਿਟੀਜ਼ਨ ਹੋਣਾ ਜ਼ਰੂਰੀ ਹੈ। ਨਾਓ ਮੂਵਿੰਗ ਔਨ ਟੂ ਕਿ ਕਿਹਨੂੰ ਇੱਕ ਸਟੱਡੀ ਪਰਮਿਟ ਦੀ ਜ਼ਰੂਰਤ ਹੈ ਬਤੌਰ ਮਾਈਨਰ ਜੋ ਕੈਨੇਡਾ ਐਂਟਰ ਕਰ ਰਿਹਾ ਤੇ ਕਿਹਨੂੰ ਨਹੀਂ ਹੈ। ਫੋਰ ਐਗਜ਼ਾਮਪਲ, ਅਸੀਂ ਦੇਖਦੇ ਹਾਂ ਅਕਸਰ ਹੀ ਕਿ ਵਿਆਹੁਤਾ ਜੋੜੇ ਜਿਹੜੇ ਨੇ ਉਹ ਸਟੱਡੀ ਪਰਮਿਟ ਤੇ ਆਉਣਾ ਪਸੰਦ ਕਰਦੇ ਨੇ ਕੈਨੇਡਾ ਦੇ ਵਿੱਚ, ਤੇ ਉਸ ਦੇ ਨਾਲ ਨਾਲ ਕਈਆਂ ਦੀਆਂ ਫੈਮਲੀਜ਼ ਵੀ ਹੁੰਦੀਆਂ ਨੇ, ਫੋਰ ਐਗਜ਼ਾਮਪਲ ਹਸਬੈਂਡ ਜਾਂ ਬੱਚੇ, ਰਾਈਟ? ਹੁਣ ਸਾਰੇ ਲੋਕ ਬੱਚਿਆਂ ਨੂੰ ਪਿੱਛੇ ਨਹੀਂ ਛੱਡ ਕੇ ਆ ਸਕਦੇ ਐਂਡ ਦੇ ਪ੍ਰੈਫਰ ਕਿ ਉਹਨਾਂ ਦਾ ਸਪਾਊਸ ਦਾ ਬੱਚਾ ਨਾਲ ਹੀ ਆਵੇ। ਸੋ ਉਹਨਾਂ ਕੇਸਿਸ ਦੇ ਵਿੱਚ ਯੂਜੂਲੀ ਸਟੱਡੀ ਪਰਮਿਟ ਰਿਕੁਆਇਰਡ ਨਹੀਂ ਹੁੰਦਾ। ਬਟ ਅਗਰ ਤੁਹਾਡੇ ਬੱਚੇ ਦਾ ਪਲਾਨ ਹੈ ਕਿ ਉਹਨੇ ਪੜ੍ਹਨਾ ਹੈ, ਫੋਰ ਐਗਜ਼ਾਮਪਲ
if the kid is let's say around 4 years ਜਦੋਂ ਉਹ ਕੈਨੇਡਾ ਐਂਟਰ ਕਰਦਾ ਤੇ 3 ਸਾਲ ਦਾ ਤੁਹਾਡਾ ਅਗਰ ਪਲਾਨ ਹੈ ਕਿ ਅਸੀਂ ਘੱਟ ਤੋਂ ਘੱਟ ਕੈਨੇਡਾ ਦੇ ਵਿੱਚ ਰਹਿਣਾ ਹੀ ਹੈ ਤਾਂ ਬਾਈ that time the child would be for 7 years ਸੋ ਵੀਜ਼ਾ ਆਫਿਸਰ ਨੂੰ ਵੀ ਪਤਾ ਕਿ ਪੜ੍ਹੇਗਾ ਰਾਈਟ ਬੱਚਾ ਤਾਂ ਇਫ ਤੁਹਾਡੀ ਇੰਟੈਂਸ਼ਨ ਜਿਹੜੀ ਹੈ ਉਹ ਪੜ੍ਹਾਈ ਕਰਾਉਣ ਦੀ ਹੈ ਬੱਚੇ ਨੂੰ ਕੈਨੇਡਾ ਦੇ ਵਿੱਚ ਤਾਂ ਵੀ ਯੂਜੂਲੀ ਸੇ ਕਿ ਸਟੱਡੀ ਪਰਮਿਟ ਅਪਲਾਈ ਕਰੋ ਬੱਚੇ ਦਾ ਵਿਜ਼ਿਟਰ ਵੀਜ਼ਾ ਦੀ ਬਜਾਏ ਕਿਉਂਕਿ ਵਿਜ਼ਿਟਰ ਵੀਜ਼ਾ ਜਦੋਂ ਤੁਸੀਂ ਸਪਾਊਸਲ ਓਪਨ ਵਰਕ ਪਰਮਿਟ ਦੇ ਨਾਲ ਆਪਣੇ ਬੱਚੇ ਦੀ ਫਾਈਲ ਦੇ ਵਿੱਚ ਐਂਟਰ ਕਰਦੇ ਹੋ ਐਜ਼ ਅ ਵਿਜ਼ਿਟਰ ਵੀਜ਼ਾ ਉਹਦੇ ਰਿਫਿਊਜ਼ ਹੋਣ ਦੇ ਚਾਂਸਸ ਬਹੁਤ ਜ਼ਿਆਦਾ ਹੁੰਦੇ ਨੇ ਕਿਉਂਕਿ ਕਲੀਅਰਲੀ IRCC ਦੀ ਵੈਬਸਾਈਟ ਇਹ ਮੈਂਸ਼ਨ ਕਰਦੀ ਹੈ ਕਿ ਆਲਦੋ ਤੁਹਾਡੇ ਬੱਚੇ ਨੂੰ ਸਟੱਡੀ ਪਰਮਿਟ ਲਗਾਉਣ ਦੀ ਜ਼ਰੂਰਤ ਨਹੀਂ ਹੈ but if his intention is to study in Canada then definitely apply for a study permit rather than a visitor visa application ਅਸੀਂ successfully ਜਿਹੜੇ 4 ਸਾਲ 5 ਸਾਲ 6 ਸਾਲ ਦੇ ਬੱਚੇ ਨੇ ਉਹਨਾਂ ਦਾ ਵੀ ਸਟੱਡੀ ਪਰਮਿਟ ਲੈ ਕੇ ਦਿੱਤਾ ਹੈ ਫॉर ਪੈਰੈਂਟਸ ਜਿਹੜੇ ਇੱਥੇ ਵਰਕ ਪਰਮਿਟ ਜਾਂ ਸਟੱਡੀ ਪਰਮਿਟ ਤੇ ਕੈਨੇਡਾ ਦੇ ਵਿੱਚ ਆਲਰੇਡੀ ਸੀ ਜਾਂ ਆਉਣ ਦੀ ਪਲਾਨ ਕਰ ਰਹੇ ਸੀ ਰਾਈਟ ਸੋ ਇਹਨਾਂ ਕੇਸਿਸ ਦੇ ਵਿੱਚ ਇੱਕ ਇੰਪੋਰਟੈਂਟ ਤੇ ਈਜ਼ੀ ਚੀਜ਼ ਜੋ ਇਸ ਐਪਲੀਕੇਸ਼ਨ ਨੂੰ ਬਣਾਉਂਦੀ ਹੈ ਕਿ ਅਗਰ ਦੋਨਾਂ ਵਿੱਚੋਂ ਇੱਕ ਜਾਂ ਦੋਨੋਂ ਪੈਰੈਂਟਸ ਕੈਨੇਡਾ ਦੇ ਵਿੱਚ ਸਟੱਡੀ ਜਾਂ ਵਰਕ ਪਰਮਿਟ ਹੋਲਡਰਸ ਨੇ ਤਾਂ ਤੁਹਾਡੇ ਬੱਚੇ ਨੂੰ ਕਿਸੇ ਵੀ ਸਕੂਲ ਜਾਂ ਕਾਲਜ ਦੇ ਵਿੱਚ ਐਡਮਿਸ਼ਨ ਲੈਣ ਦੀ ਜ਼ਰੂਰਤ ਨਹੀਂ ਹੈ ਬਤੌਰ ਮਾਈਨਰ ਤੇ ਉਹ ਬਿਨਾਂ ਲੈਟਰ ਆਫ ਐਕਸੈਪਟੈਂਸ ਤੋਂ ਵੀ ਸਟੱਡੀ ਪਰਮਿਟ ਅਪਲਾਈ ਕਰ ਸਕਦੇ ਨੇ ਇਸ ਦੇ ਉਲਟ ਅਗਰ ਤੁਸੀਂ ਖੁਦ ਕੋਈ ਤੁਹਾਡਾ ਸਟੇਟਸ ਨਹੀਂ ਹੈ ਕੈਨੇਡਾ ਦੇ ਵਿੱਚ ਐਂਡ ਬੱਚਾ ਇੱਕ ਪ੍ਰਿੰਸੀਪਲ ਐਪਲੀਕੈਂਟ ਦੇ ਤੌਰ ਤੇ ਸਟੱਡੀ ਪਰਮਿਟ ਆ ਰਿਹਾ ਹੈ ਸਟੱਡੀ ਪਰਮਿਟ ਅਪਲਾਈ ਕਰ ਰਿਹਾ ਐਜ਼ ਅ ਮਾਈਨਰ ਤਾਂ ਤੁਹਾਨੂੰ ਲੈਟਰ ਆਫ ਐਕਸੈਪਟੈਂਸ ਵੀ ਲੈਣੀ ਪਏਗੀ ਪਲੱਸ ਇੱਕ ਕਸਟੋਡੀਅਨ ਵੀ ਲੱਭਣਾ ਪਏਗਾ ਜੋ PR ਜਾਂ ਸਿਟੀਜ਼ਨ ਹੋਏਗਾ ਅਗਰ ਤੁਸੀਂ ਕੈਨੇਡਾ ਦੇ ਵਿੱਚ ਮੌਜੂਦ ਨਹੀਂ ਹੋ ਯੈਸ ਮੈਨੀ ਕੰਸਲਟੈਂਟਸ ਟੈਲ ਯੂ ਕਿ ਸਟੱਡੀ ਪਰਮਿਟ ਦੇ ਨਾਲ ਤੁਹਾਡੀ ਅਸੀਂ ਵਿਜ਼ਿਟਰ ਐਪਲੀਕੇਸ਼ਨ ਲਗਾ ਦਿੰਨੇ ਐਜ਼ ਪੈਰੈਂਟਸ ਤਾਂ ਕਿ ਤੁਸੀਂ ਉਹਨਾਂ ਨਾਲ ਘੁੰਮ ਫਿਰ ਸਕੋ ਥੋੜਾ ਬੱਚਾ ਸੈਟਲ ਡਾਊਨ ਹੋ ਸਕੇ ਐਂਡ ਉਸ ਤੋਂ ਬਾਅਦ ਯੂ ਕੈਨ ਕਮ ਬੈਕ ਟੂ ਯਰ ਹੋਮ ਕੰਟਰੀ ਵਨਸ ਦ ਚਾਈਲਡ ਇਜ਼ ਸੈਟਲਡ ਇਨ ਦ ਸਕੂਲ ਐਂਡ ਹੌਸਟਲ ਵਟਐਵਰ ਇਜ਼ ਦ ਪਲੇਸ ਡੈਜ਼ਿਗਨੇਟਡ ਬਟ ਇਸ ਕੇਸ ਦੇ ਵਿੱਚ ਸਕਸੈਸ ਰੇਟ ਬਹੁਤ ਜ਼ਿਆਦਾ ਘੱਟ ਜਾਂਦਾ ਹੈ ਸਪੈਸ਼ਲੀ ਫॉर ਇੰਡੀਅਨ ਐਪਲੀਕੈਂਟਸ I would say ਜੇ ਤੁਹਾਡੇ ਬੱਚੇ ਦਾ in future ਵੀ plan ਹੈ that they want to come to Canada settle down ਤਾਂ ਉਹਨਾਂ ਦੀ ਫਾਈਲ ਖਰਾਬ ਨਾ ਕਰੋ ਸਟੱਡੀ ਪਰਮਿਟ ਦੀ ਇੱਕ ਮਾਈਨਰ ਦੇ ਤੌਰ ਤੇ ਲਗਾ ਕੇ ਕਿਉਂਕਿ ਖਰਚਾ ਜ਼ਿਆਦਾ ਹੁੰਦਾ ਹੈ ਨੋ ਡਾਊਟ ਸਕੂਲ ਦੀ ਫੀਸ ਘੱਟ ਹੈ ਬਟ ਨੈਚੁਰਲ ਜੀ ਗੱਲ ਹੈ ਤੁਹਾਡਾ ਬੱਚਾ 5th ਗ੍ਰੇਡ ਜਾਂ 6th ਗ੍ਰੇਡ ਕਰਕੇ ਤਾਂ ਕੈਨੇਡਾ ਤੋਂ ਵਾਪਸ ਨਹੀਂ ਆਉਣ ਲੱਗਿਆ ਉਹਦੀ ਪੂਰੀ ਪੜ੍ਹਾਈ ਤੁਹਾਨੂੰ ਸਪਾਂਸਰ ਕਰਨੀ ਪੈਣੀ ਅੰਟਿਲ ਕਾਲਜ ਔਰ ਐਟਲੀਸਟ ਟਿਲ 10+2 ਔਰ ਸੈਕੰਡਰੀ ਸਕੂਲ ਰਾਈਟ ਤਾਂ ਉਹ ਪੈਸਾ ਸਾਰਾ ਤੁਸੀਂ ਕਿੱਥੋਂ ਲਿਆਉਂਗੇ ਸੋ ਇੱਕ ਫਾਈਨੈਂਸ਼ੀਅਲੀ ਸਾਊਂਡ ਫੈਮਿਲੀ ਹੋਣਾ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਅਨਲਾਈਕ ਅਨਦਰ ਐਪਲੀਕੇਸ਼ਨਸ ਜਿਹੜੇ ਬੱਚੇ ਨਾਰਮਲੀ ਵੱਡੇ ਹੋ ਕੇ ਆਉਂਦੇ ਨੇ ਉਹਦੇ ਵਿੱਚ ਤੁਸੀਂ ਸਿਰਫ 1 ਸਾਲ ਦੀ ਫੀਸ ਤੇ GIC ਸ਼ੋ ਕਰਨੀ ਹੁੰਦੀ ਹੈ ਬਟ ਸਟੱਡੀ ਪਰਮਿਟ ਫॉर ਮਾਈਨਰ ਦੇ ਵਿੱਚ ਪੈਰੈਂਟਸ ਦਾ ਫਾਈਨੈਂਸ਼ੀਅਲੀ ਸਟਰੋਂਗ ਹੋਣਾ ਬਹੁਤ ਜ਼ਰੂਰੀ ਹੈ ਕਿਉਂਕਿ ਵੀਜ਼ਾ ਆਫਿਸਰ ਜਾਂ ਕੋਈ ਵੀ ਅਣਜਾਣ ਬੰਦੇ ਨੂੰ ਵੀ ਪਤਾ ਹੈ ਕਿ ਬੱਚਾ ਸਿਰਫ 6th ਕਲਾਸ ਜਾਂ 7th ਕਲਾਸ ਦੇ ਵਿੱਚ ਐਡਮਿਸ਼ਨ ਲੈਣ ਲਈ ਕੈਨੇਡਾ ਨਹੀਂ ਜਾ ਰਿਹਾ ਐਟਲੀਸਟ ਦੇ ਆਰ ਗੋਇੰਗ ਟੂ ਸਟੇ ਦੇਅਰ ਫॉर ਅ ਕਪਲ ਮੋਰ ਇਅਰਸ ਐਟਲੀਸਟ 6 ਸਾਲ ਦਾ ਬੱਚਾ ਰਹੇਗਾ ਹੀ ਐਂਡ ਦੈਨ ਦੇ ਵਿਲ ਕੰਪਲੀਟ देयर ਸਟੱਡੀਜ਼ ਐਂਡ ਟੇਕ ਐਡਮਿਸ਼ਨ ਇਨ ਹਾਇਰ ਸਟੱਡੀਜ਼ ਰਾਈਟ ਤਾਂ ਇੱਕ ਇਹ ਡਰਾਬੈਕ ਹੋ ਜਾਂਦਾ ਹੈ ਸਟੱਡੀ ਪਰਮਿਟ ਮਾਈਨਰ ਦਾ ਬਟ ਯੈਸ ਇਫ ਯੂ ਆਰ ਆਲਰੇਡੀ ਇਨ ਕੈਨੇਡਾ ਤੁਹਾਨੂੰ ਲੱਗ ਰਿਹਾ ਹੈ ਕਿ ਹਸਬੈਂਡ ਐਂਡ ਵਾਈਫ ਚੋਂ ਇੱਕ ਜਣੇ ਦਾ ਸਟੱਡੀ ਜਾਂ ਵਰਕ ਪਰਮਿਟ ਲੱਗ ਜਾਏਗਾ ਉਸ ਕੇਸ ਦੇ ਵਿੱਚ ਰਾਦਰ ਦੈਨ ਅਪਲਾਈਂਗ ਫॉर ਅ ਵਿਜ਼ਿਟਰ ਵੀਜ਼ਾ ਫॉर ਯੋਰ ਚਾਈਲਡ ਗੋ ਫॉर ਦ ਸਟੱਡੀ ਪਰਮਿਟ ਕਿਉਂਕਿ ਉੱਥੇ ਇੰਟੈਂਸ਼ਨ ਕਲੀਅਰ ਹੁੰਦੀ ਹੈ ਕਿ ਬੱਚਾ ਸਟੱਡੀ ਕਰੇਗਾ ਸੈਡਲੀ ਅਸੀਂ ਕਾਫੀ ਕੇਸਿਸ ਦੇਖਦੇ ਹਾਂ ਜਿਹਦੇ ਵਿੱਚ ਕੰਸਲਟੈਂਟਸ ਤੁਹਾਨੂੰ ਇਹ ਦੱਸ ਦਿੰਦੇ ਨੇ ਕਿ ਤੁਸੀਂ ਬੱਚੇ ਦਾ ਵਿਜ਼ਿਟਰ ਲਗਾ ਦਿਓ ਐਂਡ ਦੇ ਗੈਟ ਰਿਫਿਊਜ਼ਡ ਕਿਉਂਕਿ ਇੰਟੈਂਸ਼ਨ ਉੱਥੇ ਕਲੀਅਰ ਨਹੀਂ ਹੁੰਦੀ ਆਪਣੀ ਕਿ ਅਸੀਂ 6 ਮਹੀਨੇ ਲਈ ਨਹੀਂ ਜਾ ਰਹੇ ਅਸੀਂ ਵੀ 3 ਸਾਲ ਲਈ ਹੀ ਜਾ ਰਹੇ ਹਾਂ ਫॉर ਵਿਚ ਯੂ ਵਿਲ ਨੀਡ ਅ ਸਟੱਡੀ ਪਰਮਿਟ ਆਲਦੋ ਇਹ ਐਪਲੀਕੇਸ਼ਨਸ ਜਿਹੜੀਆਂ ਨੇ ਬਹੁਤ ਹੀ ਮਿਨੀਮਲ ਡਾਕੂਮੈਂਟਸ ਰਿਕੁਆਇਰਡ ਹੁੰਦੇ ਨੇ ਸਟੱਡੀ ਪਰਮਿਟ ਲਈ ਮਾਈਨਰ ਦੇ ਬਟ ਅਗੇਨ you need to be clear with the purpose of visit ਕਿਉਂਕਿ ਤੁਸੀਂ LOA ਨਹੀਂ ਲਗਾ ਰਹੇ ਲੈਟਰ ਆਫ ਐਕਸੈਪਟੈਂਸ ਨਹੀਂ ਲਗਾ ਰਹੇ ਕਾਲਜ ਦੇ ਵਿੱਚੋਂ ਅਗਰ ਪੈਰੈਂਟਸ ਨਾਲ ਕੰਪਨੀ ਕਰ ਰਹੇ ਨੇ ਸੋ ਇਟਸ ਇੰਪੋਰਟੈਂਟ ਕਿ ਤੁਸੀਂ ਪ੍ਰੋਪਰ ਐਕਸਪਲੇਨੇਸ਼ਨ ਜ਼ਰੂਰ ਲਗਾਓ ਇਸ ਦੇ ਉਲਟ ਇਫ ਯੂ ਸਟਿਲ ਵਾਂਟ ਟੂ ਲੈਟਸ ਸੇ ਐਨਰੋਲ ਯੋਰ ਚਾਈਲਡ ਇਨ ਅ ਸਕੂਲ ਫॉर ਐਗਜ਼ਾਮਪਲ ਲੈਟਸਬ੍ਰਿਜ ਸਕੂਲ ਬੋਰਡ ਹੋ ਗਿਆ ਪੀਲ ਬੋਰਡ ਹੋ ਗਿਆ ਤੇ ਤੁਸੀਂ ਉੱਥੋਂ ਐਡਮਿਸ਼ਨ ਆਫ ਕੋਰਸ ਕਰਾ ਸਕਦੇ ਹੋ ਬੱਚੇ ਦੀ ਆਪਣੀ ਪਹਿਲਾਂ ਸਕੂਲ ਦੇ ਵਿੱਚ ਐਂਡ ਦੈਨ ਅਪਲਾਈ ਫॉर ਸਟੱਡੀ ਪਰਮਿਟ ਤੁਹਾਡੇ ਕੋਲ ਆਫਰ ਲੈਟਰ ਹੋਵੇ ਪ੍ਰੋਪਰ ਪ੍ਰੂਫ ਆਫ ਫੰਡਸ ਹੋਣ ਫॉर ਐਗਜ਼ਾਮਪਲ ਇਨਕਮ ਟੈਕਸ ਰਿਟਰਨਸ ਹੋਣ ਬੈਂਕ ਬੈਲੈਂਸ ਹੋਣ ਤੇ ਇੱਕ ਪੂਰਾ ਤੁਹਾਡਾ ਪਲਾਨ ਹੋਵੇ 5-6 ਸਾਲ ਦਾ ਕਿ ਨੈਕਸਟ ਤੁਸੀਂ ਹੁਣ ਕੀ ਕਰਨਾ ਹੈ ਇਹਦੇ ਵਿੱਚ ਬੈਂਕ ਬੈਲੈਂਸ ਸਰਟੀਫਿਕੇਟ ਅਸੀਂ ਬਿਲਕੁਲ ਵੀ ਨਹੀਂ ਐਡਵਾਈਸ ਕਰਾਂਗੇ ਕਿ ਤੁਸੀਂ ਲਗਾਓ ਵੀ ਨੋ ਪੀਪਲ ਹੂ ਹੈਵ ਬੀਨ ਯੂਜ਼ਿੰਗ ਫੇਕ ਡਾਕੂਮੈਂਟਸ ਕਿਸੇ ਹੋਰ ਦੀਆਂ ਸਟੇਟਮੈਂਟਸ ਐਡਿਟ ਕਰਕੇ ਲਗਾ ਦਿੰਦੇ ਨੇ ਡੋਂਟ ਪਲੇ ਵਿਦ ਦ ਫਿਊਚਰ ਆਫ ਯੋਰ ਕਿਡਸ ਪਲੀਜ਼ ਕੋਈ ਵੀ ਫੇਕ ਡਾਕੂਮੈਂਟੇਸ਼ਨ ਲਗਾ ਕੇ ਉਹਨਾਂ ਨੂੰ 5 ਸਾਲ ਦਾ ਬੈਨ ਨਾ ਲਗਵਾਓ
and apply only if you know that you have enough financials to take care of your kids education. ਬਾਕੀ ਮੇਰੀ ਸਲਾਹ ਇਹੀ ਹੈ ਕਿ ਅਗਰ ਤੁਸੀਂ ਬੱਚਿਆਂ ਨੂੰ ਕੈਨੇਡਾ ਭੇਜਣਾ ਚਾਹੁੰਦੇ ਹੋ, if not graduation ਤਾਂ at least +2 ਤੋਂ ਬਾਅਦ ਭੇਜੋ. do not send them here just on relatives basis ਕਿ ਸਾਡਾ ਕੋਈ relative ਜਾਂ friend ਸਾਂਭ ਲੇਗਾ ਤੇ ਅਸੀਂ ਉਹਨੂੰ custodian ਬਣਾ ਦਿੰਦੇ ਆ, because the success rate is very less, especially from India. if you have any questions study permit ਨੂੰ ਲੈ ਕੇ minor ਦੇ ਜਾਂ ਕੋਈ ਹੋਰ immigration application ਨਾਲ related, please feel free to contact us. Thank you.